जी जौल साहब की इन्फॉर्मेशन है? ਸੰਨੀ ਸਾਹਿਬ ਇਸ ਤਰ੍ਹਾਂ ਜੀ ਵੀ ਸਭ ਤੋਂ ਪਹਿਲਾਂ ਤੇ ਜਿੰਨਾ ਕੁ ਵੀ ਨਿੰਦਾ ਕੀਤੀ ਜਾਵੇ, ਅਫਸੋਸ ਪ੍ਰਗਟਾਇਆ ਜਾਵੇ, ਉਹ ਘੱਟ ਹੈ। ਵੀ ਇਸ ਤਰ੍ਹਾਂ ਦੇ ਜਿਹੜੇ ਇਨਸੀਡੈਂਟ ਹੈ ਇਹ ਗਨ ਕ੍ਰਾਈਮ ਦੇ ਇੱਕ ਪਾਸੇ ਜਾਣੀ ਕਿ ਪ੍ਰਾਈਮ ਮਿਨਿਸਟਰ ਟਾਊਨ ਦੇ ਵਿੱਚ ਹੋਣ ਤੇ ਉਹ ਗਨ ਕੰਟਰੋਲ ਦੀ ਗੱਲ ਕਰਨ, ਤੇ ਦੂਸਰੇ ਪਾਸੇ ਇਸ ਤਰ੍ਹਾਂ ਦੀ ਘਟਨਾ ਜਿਹੜੀ ਆ ਜੀ ਵੀ ਉਹ ਵਾਪਰ ਰਹੀ ਹੋਵੇ। ਤੇ ਜੇ ਥੋੜੇ ਦਿਨ ਪਹਿਲਾਂ ਆਪਾਂ ਦੇਖਿਆ ਵੀ ਨੋਵਾ ਸਕੋਸ਼ੀਆ ਦੇ ਵਿੱਚ ਪ੍ਰਭਜੋਤ ਸਿੰਘ ਕਤਰੀ ਉਹਨਾਂ ਦੀ ਵੀ ਜੀਪੀ ਗਨ ਸ਼ਾਟਸ ਦੇ ਨਾਲ ਡੈਥ ਜਿਹੜੀ ਆ ਉਹ ਹੋਈ ਸੀ ਪੰਜਾਬੀ ਨੌਜਵਾਨ ਦੀ। ਤੇ ਲੇਕਿਨ ਕਿ ਜਸਟਿਨ ਟਰੂਡੋ ਦੇਸ਼ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਜਦੋਂ ਉਹ ਜਾਂਦੇ ਆ ਤੇ ਉਹਨਾਂ ਨੇ ਪ੍ਰਭਜੋਤ ਹੋਣਾ ਦੇ ਕਤਲ ਦਾ ਖਾਸ ਰੈਫਰੈਂਸ ਵੀ ਦਿੱਤਾ, ਪਰ ਹਜੇ ਤੱਕ ਪੁਲਿਸ ਨੇ ਭਾਵੇਂ ਕਿਹਾ ਜੀ ਵੀ ਇਹ ਨਸਲੀ ਵਿਤਕਰੇ ਨਾਲ ਹੋਇਆ ਹੋਵੇ ਕਤਲ, ਇਸ ਤਰ੍ਹਾਂ ਦਾ ਕੋਈ ਸੰਕੇਤ ਨਹੀਂ ਹੈ। ਪਰ ਜਸਟਿਨ ਟਰੂਡੋ ਜ਼ਰੂਰ ਇਸ ਹਵਾਲੇ ਨਾਲ ਗੱਲ ਕਰਦੇ ਆ ਵੀ ਇਹ ਗਨ ਰਿਲੇਟਡ ਜਿਹੜੇ ਇਨਸੀਡੈਂਟ ਹੈ ਉਸ ਦੇ ਨਾਲ ਜੋੜ ਕੇ। ਪਰ ਦੂਸਰੇ ਪਾਸੇ ਜੀ ਵੀ ਇਹ ਘਟਨਾ ਆਪਣੇ ਆਪ ਦੇ ਵਿੱਚ ਬੜੀ ਅਜੀਬੋ ਗਰੀਬ ਹੈ ਜੀ। ਵੀ ਸ਼ਾਮ ਦਾ ਹੀ ਕਹਿ ਲਓ ਵੀ ਅਜੇ 8, 8:30 ਦਾ ਕਿਹੜਾ ਇਹਨਾਂ ਕੋਲ ਸਮਾਂ ਹੁੰਦਾ ਹੈ, ਤੇ ਉਸ ਵੇਲੇ ਕੋਈ ਇਹ ਜਿਹੜਾ ਜੀ ਵੀ ਇੱਕ ਹਮਲਾਵਰ ਨਕਾਬਪੋਸ਼ ਕਹਿ ਲਓ ਵੀ ਮੂੰਹ ਸਿਰ ਢੱਕ ਕੇ ਇਹ ਜੋਗਿੰਦਰ ਬਾਸੀ ਉਹਨਾਂ ਦੇ ਘਰ ਦੇ ਉੱਤੇ ਜਿਹੜਾ ਜੀ ਵੀ ਇਹ ਗੋਲੀਆਂ ਚਲਾਈਆਂ ਨੇ। ਤੇ ਜਿਸ ਤਰੀਕੇ ਦੇ ਨਾਲ ਇਹ ਅੱਜ ਵੀ ਜਾਂਦਾ ਵੀ ਉਹ ਗੋਲੀ ਜਾਣੀ ਇੱਕ ਕਾਰ ਦੇ ਵਿੱਚ ਵੀ ਮਾਰ ਕੇ ਗਿਆ ਹੈ। ਤੇ ਉਸ ਵੇਲੇ ਜਦੋਂ ਕਿ ਇਹ ਘਟਨਾ ਵਾਪਰੀ ਆ ਵੀ ਜੋਗਿੰਦਰ ਬਾਸੀ ਪਤਾ ਲੱਗ ਰਿਹਾ ਵੀ ਇਹ ਹੁਣ ਚੰਗੀ ਕਿਸਮਤ ਨੂੰ ਕਹਿ ਲਓ ਵੀ ਜੇ ਸਾਹਮਣੇ ਹੁੰਦੇ ਤੇ ਭਾਵੇਂ ਘਟਨਾ ਕੋਈ ਮਾੜੀ ਵਾਪਰ ਜਾਂਦੀ। ਵੀ ਉਸ ਵੇਲੇ ਉਹ ਵਾਸ਼ਰੂਮ ਦੇ ਵਿੱਚ ਸੀਗੇ, ਇਹ ਦੱਸਿਆ ਜਾ ਰਿਹਾ ਵੀ ਉਸ ਵੇਲੇ ਉਹ ਵਾਸ਼ਰੂਮ ਦੇ ਵਿੱਚ ਸੀਗੇ ਜਦੋਂ ਆ ਕੇ ਗੋਲੀਆਂ ਚਲਾ ਕੇ ਗਿਆ। ਤੇ ਇਸ ਲਿਹਾਜ਼ ਨਾਲ ਇਹ ਆ ਜੀ ਵੀ ਫੈਮਿਲੀ ਚਲੋ ਸੇਫ ਹੈ, ਪਰ ਸ਼ੌਕ ਦੇ ਵਿੱਚ ਤਾਂ ਨੈਚੁਰਲੀ ਹੈ ਹੀ ਹੈ। ਕਿ ਬਜ਼ੁਰਗ ਉਹਨਾਂ ਦੇ ਮਦਰ ਨੇ, ਆਪ ਨੇ ਜੋਗਿੰਦਰ ਬਾਸੀ, ਤੇ ਫਿਰ ਹੋਰ ਉਹਨਾਂ ਦੇ ਕੁਝ ਮਹਿਮਾਨ ਵੀ ਉਸ ਵੇਲੇ ਹਾਜ਼ਰ ਸੀ ਘਰ ਦੇ ਵਿੱਚ। ਸੋ ਜਿਸ ਤਰੀਕੇ ਦੇ ਨਾਲ ਇਹ ਜੀ ਵੀ ਘਟਨਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਲੈਨਡ ਜ਼ਰੂਰ ਲੱਗਦੀ ਹੈ। ਬਾਕੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਉਹ ਅਪੀਲ ਪੁਲਿਸ ਦੀ ਜਾਰੀ ਹੈ, ਉਹ ਇਸ ਬਾਰੇ ਹੋਰ ਡੀਟੇਲਸ ਸ਼ਾਇਦ ਡਿਊਰਿੰਗ ਦਾ ਡੇ ਕੁਝ ਰਿਲੀਜ਼ ਕਰਨ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਡੀਟੇਲ ਜਿਹੜਾ ਆਪਾਂ ਦੇਖ ਰਹੇ ਹਾਂ ਕਿ ਉੱਥੇ ਸਿਕਿਉਰਿਟੀ ਕੈਮਰੇ ਵੀ ਆਸ-ਪਾਸ ਦੇ ਵਿੱਚ ਹਨ। ਜੋਗਿੰਦਰ ਬਾਸੀ ਹੋਣਾ ਦੇ ਵੀ ਟੈਕਨੀਕਲੀ ਕੁਝ ਅਰੇਂਜਮੈਂਟਸ ਕੀਤੇ ਹੋਏ ਆ ਵੀ ਇਸ ਤਰ੍ਹਾਂ ਦੀ ਘਟਨਾ ਜਿਹੜੀ ਆ ਜਿਹਦੇ ਵਿੱਚ ਕਿ ਉਹ ਫੁਟੇਜ ਜਾਂ ਐਵੀਡੈਂਸ ਜਿਹੜਾ ਜੀ ਤੇ ਹੈਲਪਫੁਲ ਹੋ ਸਕਦਾ। ਪਰ ਹਾਲ ਦੀ ਘੜੀ ਫਰਦਰ ਬਸ ਇੰਨਾ ਹੀ ਆ ਜੀ ਵੀ ਉਹ ਜਿਹੜਾ ਘਟਨਾ ਕਰਨ ਵਾਲਾ ਵਿਅਕਤੀ ਹੈ, ਸ਼ੱਕੀ ਆ, ਉਹ ਫਰਾਰ ਹੈ। ਸੋ ਸ਼ਾਰਟਸ ਆ ਜਿਹੜੇ ਉਹ 2-3 ਜ਼ਰੂਰ ਪਾਏ ਹੋਏ ਆ ਜੀ। ਜੌਲ ਸਾਹਿਬ ਆਪਾਂ ਸਾਰੇ ਹੀ ਮੀਡੀਆ 'ਚ ਕੰਮ ਕਰਦੇ ਹਾਂ ਔਰ ਆਪੋ ਆਪਣੇ ਵਿਚਾਰ ਰੱਖਦੇ ਹਾਂ। ਵਿਚਾਰਾਂ ਦੇ ਨਾਲ ਕਈ ਵਾਰੀ ਸਰੋਤਿਆਂ ਦਾ, ਪਾਠਕਾਂ ਦਾ ਸਹਿਮਤ ਹੋਣਾ, ਦਰਸ਼ਕਾਂ ਦਾ ਜ਼ਰੂਰੀ ਵੀ ਨਹੀਂ ਹੁੰਦਾ। ਔਰ ਨੋ ਡਾਊਟ ਸਾਡੀਆਂ ਵੀ ਮਰਿਆਦਾਵਾਂ ਨੇ, ਇਹਦੇ 'ਚ ਮੈਂ ਦੋ ਰਾਏ ਨਹੀਂ ਕਹਿੰਦਾ। ਮੀਡੀਆ 'ਚ ਅਸੀਂ ਜਦੋਂ ਕੰਮ ਕਰਦੇ ਹਾਂ ਅਤੇ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਵੀ ਅਹਿਸਾਸ ਹੋਣਾ ਰਹਿਣਾ ਚਾਹੀਦਾ ਹੈ। ਸਾਡਾ ਇਖਲਾਕੀ ਫਰਜ਼ ਵੀ ਹੈ ਬੀਇੰਗ ਮੀਡੀਆ ਪਰਸਨ ਕਿ ਅਸੀਂ ਕਮਿਊਨਿਟੀ ਸਾਨੂੰ ਬੜੇ ਧਿਆਨ ਨਾਲ ਸੁਣਦੀ ਹੈ, ਵਾਚ ਕਰਦੀ ਹੈ, ਸਾਡੇ ਆਪਣੇ ਕਿਰਦਾਰ ਨੂੰ ਵੀ ਵਾਚ ਕਰਦੀ ਹੈ। ਕੋਈ ਸ਼ੱਕ ਨਹੀਂ ਇਹਦੇ ਵਿੱਚ ਕਿ ਅਸੀਂ ਵੀ ਸਮਾਜ ਦਾ ਹਿੱਸਾ ਹੀ ਹੁੰਦੇ ਹਾਂ। ਵੈਸੇ ਤਾਂ ਅਸੀਂ ਕੋਈ ਸਮਾਜ ਤੋਂ ਅਲੱਗ ਥੋੜ੍ਹਾ, ਲੇਕਿਨ ਇਹ ਜ਼ਰੂਰ ਹੈ ਕਿ ਜਦੋਂ ਕੋਈ ਵੀ ਵਿਸ਼ਾ ਕਿਸੇ ਵੀ ਤਰ੍ਹਾਂ ਦਾ ਹੋਵੇ ਉਹਦੇ 'ਚ ਸਾਰੇ ਲੋਕ ਨਾਲ ਸਹਿਮਤ ਹੋਣ, ਇਹ ਜ਼ਰੂਰੀ ਨਹੀਂ ਵੀ ਹੁੰਦਾ। ਤੋ ਆਪਣੇ ਵਿਚਾਰਾਂ ਦੇ ਮਤਭੇਦ ਹੋਣਾ ਇੱਕ ਸੁਭਾਵਿਕ ਗੱਲ ਹੈ, ਲੇਕਿਨ ਕਿਸੇ ਇਸ ਇੰਤਹਾ ਤੱਕ ਚਲੇ ਜਾਣਾ, ਕਿਸੇ ਨਾਲ ਵੀ ਕੋਈ ਮਤਭੇਦ ਹੋਣ, ਕਿਸੇ ਵੀ ਵਿਚਾਰ 'ਤੇ ਮਤਭੇਦ ਹੋਣ, ਆਈ ਥਿੰਕ ਇਸ ਤੋਂ ਘਿਨਾਉਣੀ ਗੱਲ ਹੋਰ ਕੀ ਹੋ ਸਕਦੀ ਹੈ। ਔਰ ਅਸੀਂ ਮੀਡੀਆਕਾਰ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਤਾਂ ਜਿੱਦਾਂ ਤੁਸੀਂ ਕਿਹਾ ਹੈ ਕਿ ਇਹਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ। ਖਾਲਿਸਤਾਨ ਦਾ ਮੁੱਦਾ ਹੋਵੇ, ਬੜੇ ਸਮੇਂ ਸਿਰ ਵੱਖੋ ਵੱਖਰੇ ਇਸ਼ੂਜ਼ ਆਏ ਹੈ ਕਮਿਊਨਿਟੀ ਦੇ ਵਿੱਚ ਜਿਹੜੇ ਬੜੇ ਭਖਵੇਂ ਇਸ਼ੂ ਰਹੇ ਹੈ। ਔਰ ਕਈ ਐਸੇ ਇਸ਼ੂ ਹੁੰਦੇ ਲੋਕਾਂ ਦੇ ਨਾਲ ਸੈਂਟੀਮੈਂਟ ਬਹੁਤ ਜ਼ਿਆਦਾ ਜੁੜੇ ਹੁੰਦੇ ਹੈ, ਤਾਂ ਉਹਦੇ 'ਚ ਵੀ ਕਈ ਵਾਰੀ ਲੋਕੀ ਹਰਟ ਹੁੰਦੇ ਆ। ਕੋਈ ਵੀ ਵਿਸ਼ਾ ਹੋਵੇ, ਪਰ ਮੈਨੂੰ ਹੁਣ ਇਹ ਨਹੀਂ ਪਤਾ ਵੀ ਇਹਦੇ ਪਿੱਛੇ ਆਪਾਂ ਜੇ ਕੋਈ ਟੂ ਅਰਲੀ ਹੋਏਗਾ ਆਪਣੀ ਕੋਈ ਜਜਮੈਂਟ ਦੇਣਾ, ਕੁਝ ਕਹਿਣਾ ਇਹਦੇ ਬਾਰੇ। ਪਰ ਇਹੀ ਕਹਿ ਸਕਦੇ ਹਾਂ ਕਿ ਜਿਹੜਾ ਸੰਯਮ ਹੈ, ਜਿਹੜਾ ਵਿਚਾਰਾਂ ਦਾ ਆਦਾਨ ਪ੍ਰਦਾਨ ਹੈ, ਉਹ ਵਿਚਾਰਾਂ ਨਾਲ ਹੀ ਹੋਣਾ ਚਾਹੀਦਾ। ਬਿਲਕੁਲ ਸੈਣੀ ਸਾਹਿਬ, ਤੁਸੀਂ ਠੀਕ ਕਹਿ ਰਹੇ ਹੋ। ਦੇਖੋ ਜਿਹੜੀ ਵਾਇਲੈਂਸ ਆ ਨਾ, ਹੁਣ ਜਦੋਂ ਪ੍ਰਾਈਮ ਮਿਨਿਸਟਰ ਵੀ ਬੋਲਦੇ ਆ ਵੀ ਜੇ ਉਹ ਪ੍ਰਭਜੋਤ ਸਿੰਘ ਕਤਰੀ ਦੇ ਕਤਲ ਦਾ ਹਵਾਲਾ ਇੱਕ ਤੋਂ ਵੱਧ ਜਗ੍ਹਾ ਤੇ ਦੇਸ਼ ਦੇ ਵਿੱਚ ਚੋਣ ਪ੍ਰਚਾਰ ਕਰਦਿਆਂ ਦਿੰਦੇ ਆ, ਭਾਵੇਂ ਕਿ ਪ੍ਰਭਜੋਤ ਦਾ ਕਤਲ ਜਿਹੜਾ ਵੀ ਚਾਕੂ ਮਾਰ ਕੇ ਕੀਤਾ ਗਿਆ, ਪਰ ਉਹ ਨਸਲੀ ਵਿਤਕਰੇ ਦੇ ਨਾਲ ਪ੍ਰਾਈਮ ਮਿਨਿਸਟਰ ਇਸ ਨੂੰ ਜੋੜ ਕੇ ਦੇਖ ਰਹੇ ਆ। ਜਦਕਿ ਪੁਲਿਸ ਨੇ ਹਜੇ ਇਹ ਨਹੀਂ ਕਨਫਰਮ ਕੀਤਾ ਵੀ ਨਸਲੀ ਵਿਤਕਰੇ ਦੀ ਇਹ ਘਟਨਾ ਸੀਗੀ, ਪਰ ਕਮਿਊਨਿਟੀ ਦੇ ਵਿੱਚ ਇਸ ਦੀ ਗੱਲ ਚੱਲਦੀ ਆ। ਸੋ ਇਲੈਕਸ਼ਨ ਦੇ ਵਿੱਚ ਜਦੋਂ ਉਹ ਪੰਜਾਬੀ ਕਮਿਊਨਿਟੀ ਦੇ ਵਿੱਚ ਜਾਂਦੇ ਨੇ, ਜਸਟਿਨ ਟਰੂਡੋ ਤੋਂ ਜ਼ਰੂਰ ਇਸ ਦੀ ਜਿਹੜੀ ਜੀ ਥੋੜਾ ਜਿਹਾ ਉਭਾਰ ਕੇ ਪੇਸ਼ ਕਰਨ ਦੀ ਉਹ ਕੋਸ਼ਿਸ਼ ਜਿਹੜੀ ਆ ਉਹ ਕਰਦੇ ਆ ਜੀ। ਸੋ ਦੂਸਰੇ ਪਾਸੇ ਇਹ ਆ ਉਹਨਾਂ ਦੀ ਵੀ ਸਪੀਚ ਤੋਂ ਹੁਣ ਜੇ ਇੱਕ ਦੇਸ਼ ਦਾ ਪ੍ਰਾਈਮ ਮਿਨਿਸਟਰ ਹਨ ਨਾ, ਵੀ ਥੋੜੇ ਜਿਹੇ ਉਹ ਹੈਲਪਫੁਲ ਹੋਣ ਦੀ ਬਜਾਏ ਜਾਣੀ ਕਿ ਹੈਲਪਲੈਸ ਵੀ ਲੱਗ ਰਹੇ ਆ। ਕਿ ਜਦੋਂ ਉਹ ਇਹ ਗੱਲ ਕਰਦੇ ਆ ਕਿ ਸਾਡੇ ਦੇਸ਼ ਦੇ ਵਿੱਚ
ਦੇਖ ਰਹੇ ਹਾਂ ਕਿ ਇਸ ਲੈਵਲ ਤੱਕ ਦਾ ਨਸਲੀ ਵਿਤਕਰਾ ਹੈਗਾ, ਪਰ ਵੀ ਦੇਸ਼ ਦਾ ਪ੍ਰਾਈਮ ਮਿਨਿਸਟਰ ਹੋਵੇ ਵੀ ਹੈਗਾ, ਲੰਬੇ ਸਮੇਂ ਤੋਂ ਇਹ ਗੱਲ ਉਹਨਾਂ ਨੂੰ ਪਤਾ ਆ ਤੇ ਕਹਿ ਰਹੇ ਆ, ਪਰ ਲੇਕਿਨ ਕਿ ਇਹਨੂੰ ਘਟਾਉਣ ਰੋਕਣ ਦੇ ਲਈ ਕੋਈ ਬਹੁਤਾ ਇਫੈਕਟਿਵ ਹਜੇ ਤੱਕ ਕਰਨ ਤੋਂ ਅਸਮਰੱਥ ਨੇ। ਸੋ ਇਸੇ ਤਰੀਕੇ ਦੇ ਨਾਲ ਇਹ ਆ ਜੀ ਵੀ ਭਾਵੇਂ ਕਿ ਇਹ ਘਟਨਾ ਗਾਂਹ ਵੀ ਹੁਣ ਕਿਉਂ ਹੋਈ ਆ, ਕਿ ਇਸ ਲੈਵਲ ਤੇ ਇਹ ਪਲੈਨਡ ਸੀਗੀ, ਇਸ ਦੇ ਬਾਰੇ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਦੱਸੇਗੀ। ਪਰ ਜਿਹੜਾ ਜੀ ਵੀ ਆਪੋ ਆਪਣੀ ਓਪੀਨੀਅਨ ਰੱਖਣਾ ਡੈਮੋਕ੍ਰੇਸੀ ਦੇ ਵਿੱਚ ਇਹ ਹਰ ਵਿਅਕਤੀ ਦੀ ਫਰੀਡਮ ਹੈ ਤੇ ਨੈਚੁਰਲੀ ਮੀਡੀਆ ਕਾਰਾਂ ਦੀ ਵੀ ਇਹ ਹੈਗੀ ਹੈ। ਤੇ ਲੇਕਿਨ ਕਿ ਜੀ ਵੀ ਅੱਜ ਆਪਾਂ ਦੇਖਦੇ ਹਾਂ ਕਿ ਹਰ ਲੈਵਲ ਤੇ ਜਿਹੜਾ ਜੀ ਵੀ ਸੱਚ ਨੂੰ ਵੀ ਉਜਾਗਰ ਕਰਨਾ, ਉਹ ਕਹਿੰਦੇ ਨਾ ਵੀ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ। ਪਰ ਸੈਣੀ ਸਾਹਿਬ ਤੁਸੀਂ ਵੀ ਐਕਸਪੀਰੀਅੰਸ ਕਰ ਰਹੇ ਹੋ, ਆਪਾਂ ਵੀ ਐਕਸਪੀਰੀਅੰਸ ਕਰ ਰਹੇ ਹਾਂ ਵੀ ਜ਼ਰੂਰੀ ਨਹੀਂ ਸੱਚੇ ਮਾਰਗ ਚੱਲਦੇ ਆ ਅੱਜ ਦੇ ਜਹਾਨ ਦੇ ਵਿੱਚ ਤੁਹਾਡੇ ਜਿਹੜੇ ਜੀ ਵੀ ਸਮਾਜ ਦੇ ਵਿੱਚ ਉਸਤਤ ਹੋਵੇ ਜ਼ਰੂਰੀ ਨਹੀਂ ਹੈ, ਕਿਉਂਕਿ ਐਲੀਮੈਂਟਸ ਹਰ ਤਰ੍ਹਾਂ ਦਾ ਸਮਾਜ ਦੇ ਵਿੱਚ ਬਹੁਤ ਵੱਧ ਚੁੱਕਾ। ਇਹ ਡਿਪੈਂਡ ਕਰਦਾ ਵੀ ਤੁਸੀਂ ਕਿਸ ਤਰ੍ਹਾਂ ਦੀ ਗੱਲ, ਕਿਸ ਤਰ੍ਹਾਂ ਦਾ ਵਿਸ਼ਾ ਟੈਕਲ ਕਰ ਰਹੇ ਹੋ। ਜ਼ਰੂਰੀ ਨਹੀਂਗਾ ਜਿੰਨੇ ਕੁ ਵਿਸ਼ੇ ਅਸੀਂ ਪਿਛਲੇ ਸਮੇਂ ਦੇ ਵਿੱਚ ਮਤਲਬ ਕੀਤੇ ਆ ਡੀਲ, ਤੇ ਸਾਨੂੰ ਪਤਾ ਹੈ ਵੀ ਹਰ ਵਿਅਕਤੀ ਤੁਹਾਡੀ ਉਸਤਤ ਨਹੀਂ ਕਰਦਾ, ਭਾਵੇਂ ਕਿ ਤੁਸੀਂ ਸੱਚ ਤੇ ਹੀ ਖੜੇ ਹੋਵੋ। ਸੋ ਜਹਾਨ ਪਹਿਲਾਂ ਦੇ ਮੁਕਾਬਲੇ ਕਾਫੀ ਬਦਲਿਆ ਹੋਇਆ ਜੀ। ਸੋ ਇਸ ਕਰਕੇ ਸੱਚੇ ਮਾਰਗ ਚੱਲਦੇ ਆ ਜ਼ਰੂਰੀ ਨਹੀਂਗਾ ਕਿ ਹਰ ਵਿਅਕਤੀ ਤੁਹਾਡੀ ਉਸਤਤ ਕਰੇ, ਪਰ ਦੂਸਰੇ ਪਾਸੇ ਹੱਕ ਸੱਚ ਦੀ ਜਿਹੜੀ ਜੀ ਗੱਲ ਆ ਉਹ ਮੀਡੀਆਕਾਰਾਂ ਦਾ ਕਰਨ ਦਾ ਫਰਜ਼ ਬਣਦਾ। ਸੋ ਦੂਸਰੇ ਪਾਸੇ ਹੈ ਜੀ ਵੀ ਇਸ ਤਰੀਕੇ ਦੇ ਨਾਲ ਜਿਹੜੀ ਇਹ ਵਾਇਲੈਂਸ ਹੈ, ਚਲੋ ਵੀ ਵਿਚਾਰ ਦਾ ਜਵਾਬ ਵਾਇਲੈਂਸ ਦੇ ਨਾਲ ਦੇਣਾ, ਇਸ ਦਾ ਵਿਰੋਧ ਜਿਹੜਾ ਜੀ ਸਮਾਜਾਂ ਦੇ ਵਿੱਚ ਸਦਾ ਹੁੰਦਾ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਸ ਕਰਦੇ ਹਾਂ ਜੀ ਵੀ ਇਸ ਤਰ੍ਹਾਂ ਦੇ ਇਨਸੀਡੈਂਟ ਇੱਥੇ ਕੈਨੇਡਾ ਵਰਗੇ ਦੇਸ਼ ਦੇ ਵਿੱਚ ਐਟਲੀਸਟ ਜਿਹੜੇ ਉਹ ਨਹੀਂ ਵਾਪਰਨਗੇ ਜੀ। ਜੀ ਬਹੁਤ ਬਹੁਤ ਸ਼ੁਕਰੀਆ ਜੌਲ ਸਾਹਿਬ। ਔਰ ਖੁਦ ਪ੍ਰਾਈਮ ਮਿਨਿਸਟਰ ਤੁਸੀਂ ਗੱਲ ਕਰ ਰਹੇ ਹੋ ਤੇ ਮੇਰੇ ਖਿਆਲ ਆ ਫਸਟ ਹੈਂਡ ਐਕਸਪੀਰੀਅੰਸ ਉਹਨਾਂ ਦਾ ਆਪਣਾ ਵੀ ਹੋ ਰਿਹਾ ਕਿ ਅੱਗੇ ਅਸੀਂ ਇੰਨੀਆਂ ਇਲੈਕਸ਼ਨਸ ਇੰਨੇ ਦੇਖੇ ਹੈ, ਇੰਨੀਆਂ ਚੋਣ ਮੁਹਿੰਮ ਕੰਪੇਨ ਦੇਖੀਆਂ, ਕਦੀ ਨਹੀਂ ਦੇਖਿਆ ਕਿ ਇਸ ਤਰੀਕੇ ਨਾਲ ਪ੍ਰਾਈਮ ਮਿਨਿਸਟਰ ਨੂੰ ਘੇਰਿਆ ਜਾਵੇ। ਚਲੋ ਉਹਨਾਂ ਦੇ ਖਿਲਾਫ ਨਾਅਰੇਬਾਜ਼ੀ ਕਰਨੀ, ਉਹਨਾਂ ਨੂੰ ਅਬਿਊਜ਼ ਤੱਕ ਕਰਨਾ, ਇਹ ਵੀ ਇੱਕ ਲਿਮਿਟ ਹੈ, ਪਰ ਹੁਣ ਪੱਥਰ ਮਾਰ ਦੇਣੇ ਔਰ ਹੋਰ ਤੇ ਹੋਰ ਉਹਨਾਂ ਦੀ ਪਤਨੀ ਬਾਰੇ ਜਿਹੜੇ ਭੱਦੇ ਸ਼ਬਦ ਵਰਤੇ ਗਏ। ਔਰ ਪ੍ਰਾਈਮ ਮਿਨਿਸਟਰ ਜਿਹੜੇ ਆ ਬੜੇ ਕੂਲ ਨੇ, ਬੜੇ ਸ਼ਾਂਤ ਸੁਭਾਅ ਦੇ ਨੇ, ਜਸਟਿਨ ਟਰੂਡੋ, ਪਰ ਉਹ ਵੀ ਆਪਾਂ ਖੋ ਗਏ। ਔਰ ਉਹਨਾਂ ਦੇ ਚਿਹਰੇ ਤੇ ਉਹ ਗੁੱਸਾ ਸਾਫ਼ ਝਲਕ ਰਿਹਾ ਸੀ ਜਦੋਂ ਉਹ ਜਵਾਬ ਦੇ ਰਹੇ ਸੀ ਉਹਨਾਂ ਲੋਕਾਂ ਨੂੰ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜਸਟਿਨ ਟਰੂਡੋ ਆਪ ਵੀ ਮਹਿਸੂਸ ਕਰ ਰਹੇ ਹੈ ਕਿ ਜਿਹੜੀ ਇਨਟੋਲਰੈਂਸ ਹੈ ਉਹ ਕਿਸ ਹੱਦ ਤੱਕ ਸਾਡੇ ਸਮਾਜ ਦੇ ਵਿੱਚ ਬਦਲਦੀ ਜਾ ਰਹੀ ਹੈ। ਔਰ ਮੈਨੂੰ ਯਾਦ ਹੈ ਜੀ ਆਪਣੇ ਜੌਲ ਸਾਹਿਬ, ਸਾਡੇ ਤੋਂ ਪਹਿਲਾਂ ਜਿਹੜੇ ਸਾਡੇ ਪੱਤਰਕਾਰ ਦੋਸਤ ਮਿੱਤਰ ਬੜੇ ਲੋਕ ਦੱਸਦੇ ਆ ਕਿ ਜਿਹੜੇ ਇਹਨਾਂ ਦੇ ਪਿਤਾ ਜੀ ਸੀਗੇ ਪੀਅਰ ਟਰੂਡੋ, ਤੁਸੀਂ ਆਰਾਮ ਨਾਲ ਸ਼ਾਮ ਨੂੰ ਕਿਸੇ ਵੀ ਪੱਬ 'ਚ ਉਹਨਾਂ ਨੂੰ ਬੈਠਿਆਂ ਦੇਖ ਸਕਦੇ ਸੀ। ਦਿਨ ਵੇਲੇ ਉਹ ਪ੍ਰਧਾਨ ਮੰਤਰੀ ਨੇ ਔਰ ਐਜ਼ ਏ ਪ੍ਰਾਈਮ ਮਿਨਿਸਟਰ ਵਿਚਰਦੇ ਆ, ਜ਼ਿੰਮੇਵਾਰੀਆਂ ਨਿਭਾਉਂਦੇ ਆ। ਰਾਤ ਨੂੰ ਨਿੱਕਰ ਪਾਈ ਹੋਈ ਹੈ, ਸ਼ਾਰਟਸ ਪਾਏ ਹੋਏ ਆ, ਕਿਤੇ ਵੀ ਇਕੱਲੇ ਹੀ ਬੈਠੇ ਤੁਹਾਨੂੰ ਨਜ਼ਰ ਆ ਜਾਣਗੇ। ਐਂਡ ਯੂ ਕੈਨ ਨਾਟ ਇਮੈਜਿਨ ਕਿ ਮੁਲਕ ਦਾ ਪ੍ਰਧਾਨ ਮੰਤਰੀ ਹੈ। ਅਸੀਂ ਹੋਰ ਵੀ ਮੁਲਕਾਂ 'ਚ ਦੇਖਿਆ ਪ੍ਰਧਾਨ ਮੰਤਰੀ ਤੁਰੇ ਫਿਰਦੇ ਆ ਇਸ ਤਰ੍ਹਾਂ ਹੀ। ਆਪਣੇ ਵੀ ਜਸਟਿਨ ਟਰੂਡੋ, ਹੁਣ ਸਿਕਿਉਰਿਟੀ ਥੋੜ੍ਹੀ ਵੱਧ ਗਈ ਹੈ। ਰਾਤ ਮੈਨੂੰ ਬੜਾ ਹੈਰਾਨਗੀ ਵੀ ਹੋਈ ਦੇਖਣ ਨੂੰ, ਉਹਦੀ ਗੱਲ ਬਾਅਦ 'ਚ ਕਰਾਂਗੇ ਰੈਲੀ ਦੀ। ਮਤਲਬ ਇੰਨੀ ਕੁ ਪੁਲਿਸ ਫੋਰਸ ਸੀ ਰਾਤ ਨੂੰ, ਇੰਨੀ ਕੁ ਪੁਲਿਸ ਫੋਰਸ ਸੀ, ਮੈਂ ਹੈਰਾਨ ਸੀ ਕਿ ਇੰਨੀ ਜ਼ਿਆਦਾ ਪੁਲਿਸ ਇੱਕ ਪੋਲੀਟੀਕਲ ਰੈਲੀ ਦੇ ਉੱਥੇ ਮੌਜੂਦ। ਅੱਗੇ ਵੀ ਪ੍ਰਾਈਮ ਮਿਨਿਸਟਰ ਦੀਆਂ ਇੰਨੀਆਂ ਰੈਲੀਆਂ ਅਸੀਂ ਅਟੈਂਡ ਕਰਦੇ ਰਹੇ ਹਾਂ, ਪਰ ਐਜ਼ ਏ ਪ੍ਰਾਈਮ ਮਿਨਿਸਟਰ ਆ ਜਾਣ ਤਾਂ ਇੰਨੀ ਸਿਕਿਉਰਿਟੀ ਨਹੀਂ ਹੁੰਦੀ ਜਿੰਨੀ ਕਿ ਕੱਲ੍ਹ ਇੱਕ ਪੋਲੀਟੀਕਲ ਰੈਲੀ ਦੇ ਵਿੱਚ ਸਿਕਿਉਰਿਟੀ ਸੀ। ਅਤੇ ਉੱਥੇ ਅੰਦਰ ਵੀ ਪੈਰ 'ਤੇ ਸਿਕਿਉਰਿਟੀ ਸੀ, ਔਰ ਜਿਹੜੇ ਲੋਕ ਅੰਦਰ ਆ ਰਹੇ ਸੀ ਬੜੀ ਹੀ ਸਟ੍ਰਿਕਟ ਸਿਕਿਉਰਿਟੀ ਸੀ। ਬਾਹਰ ਬੜੇ ਬੰਦੇ ਖੜੇ ਰਹੇ, 200, 400, 500 ਬੰਦਾ ਬਾਹਰ ਸੀ, ਅੰਦਰ 300-400 ਬੰਦਾ ਜਿਹਦੀ ਜਿੰਨੀ ਕੁ ਇਜਾਜ਼ਤ ਸੀ ਉਹ ਤਾਂ ਭਰਿਆ ਸੀ ਖਚਾ ਖਚ, ਅਤੇ ਉੱਥੇ ਪ੍ਰੋਪਰ ਪੂਰੀ ਸਿਕਿਉਰਿਟੀ ਸੀ। ਤਾਂ ਮਤਲਬ ਮੈਂ ਦੇਖ ਕੇ ਹੈਰਾਨ ਹੋ ਰਿਹਾ ਸੀ ਕਿ ਇਹ ਸਾਡਾ ਸਮਾਜ ਕਿੰਨੀ ਤੇਜ਼ੀ ਨਾਲ ਬਦਲ ਰਿਹਾ ਹੈ। ਦੇਖੋ, ਨਹੀਂ ਬਿਲਕੁਲ ਤੁਸੀਂ ਇਹ ਅਸੈਸਮੈਂਟ ਤੁਹਾਡੀ ਠੀਕ ਹੈ, ਕਿਉਂਕਿ ਮੈਨੂੰ ਯਾਦ ਹੈ ਜਦੋਂ 2015 ਦਾ ਇਲੈਕਸ਼ਨ ਕੈਂਪੇਨ ਸੀ, ਯਾਦ ਆ ਤੁਹਾਨੂੰ, ਜਸਟਿਨ ਟਰੂਡੋ ਤਾਂ ਇੱਧਰ ਤੁਹਾਡੇ ਦਫ਼ਤਰ ਦੇ ਵਿੱਚ ਉਧਰ ਕੱਲੇ ਘੁੰਮਦੇ ਆ ਗਏ ਸੀਗੇ, ਹਨਾ? ਬਿਲਕੁਲ, ਮੈਨੂੰ ਕਿਸੇ ਨੇ ਦੱਸਿਆ ਵੀ ਜਸਟਿਨ ਟਰੂਡੋ ਥੱਲੇ ਘੁੰਮ ਰਹੇ। ਮੈਂ ਕਿਹਾ ਕਿ ਤੈਨੂੰ ਭੁਲੇਖਾ ਲੱਗਾ ਉਹਨਾਂ ਵਰਗਾ ਕੋਈ ਬੰਦਾ ਹੋਣਾ ਹੈ। ਤੇ ਉਹ ਆਪਣੇ ਕੋਲ ਪੱਤਰਕਾਰ ਹੀ ਸੀਗੇ ਦੋਸਤ, ਉਹ ਕਹਿੰਦੇ ਨਹੀਂ ਸੈਣੀ ਸਾਹਿਬ ਕਮਾਲ ਹੈ, ਮੈਨੂੰ ਤੁਸੀਂ ਕੀ ਸਮਝਦੇ, ਮੈਨੂੰ ਟਰੂਡੋ ਦੀ ਪਛਾਣ ਨਹੀਂ। ਔਰ ਇਕੱਲੇ ਹੀ ਨਾਲ ਮੈਂ ਕਿਹਾ ਨਵਦੀਪ ਬੈਂਸ ਸੀਗੇ ਉਹਨਾਂ ਦੇ, ਬਸ 2 ਜਣੇ, ਤੇ ਉਹ ਘੁੰਮ ਰਹੇ ਆ ਉੱਥੇ। ਮਤਲਬ ਔਰ ਆਏ ਵੀ, ਤੇ ਕਈ ਲੋਕਾਂ ਨੇ ਜਿਹਨਾਂ ਨੇ ਉਹਨੂੰ ਦੇਖਿਆ ਦਫ਼ਤਰ ਸਾਡੇ ਜਦੋਂ ਆਏ ਗਏ, ਤੇ ਉਹ ਕਈ ਲੋਕ ਉਹਨਾਂ ਨੂੰ ਮੈਨੂੰ ਕਹਿੰਦੇ ਟਰੂਡੋ ਸੀ। ਔਰ ਵਾਕਈ ਤੁਸੀਂ ਠੀਕ ਕਹਿ ਰਹੇ ਹੋ ਕਿ ਅਚੰਭੇ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਅਸੀਂ ਇਹ ਦੇਖਿਆ ਸਾਰਾ ਕੁਝ, ਪਰ ਬੜੀ ਤੇਜ਼ੀ ਦੇ ਨਾਲ। ਹੁਣ ਤੁਸੀਂ ਆਟੋਵਾ ਜਾਓ, ਮੈਂ ਪਿੱਛੇ ਜੀ ਕਿਸੇ MP ਦੇ ਦਫ਼ਤਰ ਗਿਆ, ਤੇ ਉੱਥੇ ਜਦੋਂ ਬਾਹਰ ਅਸੀਂ ਐਂਟਰ ਕਰਨ ਲੱਗੇ ਉਹਨਾਂ ਦੀ ਬਿਲਡਿੰਗ ਦੇ ਵਿੱਚ, ਜਿਸ ਤਰ੍ਹਾਂ ਇੰਡੀਆ ਦੇ ਵਿੱਚ ਜਾਂ ਆਪਾਂ ਜਦੋਂ ਜਾਂਦੇ ਹਾਂ 에ਅਰਪੋਰਟ 'ਤੇ ਸਿਕਿਉਰਿਟੀ ਹੁੰਦੀ ਹੈ, ਐਵਰੀਥਿੰਗ ਸਾਡੀ ਚੈੱਕ ਕੀਤੀ ਗਈ, ਪੂਰੀ ਸਾਡੇ ਕੋਲੋਂ ਤਲਾਸ਼ੀ ਲਈ ਗਈ, ਸਾਰਾ ਸਮਾਨ ਬਾਹਰ ਕਢਾਇਆ ਗਿਆ। MP ਦੇ ਦਫ਼ਤਰ ਦੇ ਅੰਦਰ ਜਾਣਾ ਸੀ, ਅਸੀਂ ਕਦੀ ਇਹ ਗੱਲਾਂ ਸੁਣੀਆਂ ਨਹੀਂ ਸੀ।
ਆਪਣੀ ਪਾਰਲੀਮੈਂਟ ਦੇ ਅੰਦਰ ਜਾਣਾ, ਹੁਣ ਤੁਸੀਂ ਜਾ ਕੇ ਦੇਖੋਗੇ ਇੰਨੀ ਸਖਤ ਸਿਕਿਉਰਿਟੀ ਉੱਥੇ ਹੋ ਗਈ ਹੈ। ਐਨੀਵੇ ਆਪਾਂ ਉਸ ਮੁੱਦੇ ਤੇ ਨਾ ਜਾਂਦੇ ਹੋਏ ਵਾਪਸ ਆਈਏ ਤੇ ਬਰੈਂਪਟਨ ਦੇ ਮੁੱਦੇ ਤੇ ਆਨੇ ਆ। ਜੌਲ ਸਾਹਿਬ, ਬਰੈਂਪਟਨ ਜਿਹੜਾ ਹੈ ਕ੍ਰਾਈਮ ਦਾ ਗੜ੍ਹ ਬਣਦਾ ਜਾ ਰਿਹਾ ਹੈ ਔਰ ਬਰੈਂਪਟਨ 'ਚ ਕਈ ਤਰ੍ਹਾਂ ਦੇ ਅਨਸਰ ਆ ਚੁੱਕੇ ਹੈ ਔਰ ਇਹ ਵੀ ਕਈ ਲੋਕ ਕਹਿੰਦੇ ਆ ਕਿ ਜਿੱਦਾਂ ਹੁਣ ਤੁਸੀਂ ਦੇਖੋ ਜੇਨ ਐਂਡ ਫਿੰਚ ਤੋਂ, ਕਿਪਲਿੰਗ ਐਲਬੀਅਨ ਤੋਂ ਜਿਹੜੇ ਲੋਕਾਂ ਨੂੰ ਉੱਥੋਂ ਵਿਸਥਾਪਿਤ ਕੀਤਾ ਗਿਆ, ਉਹਨਾਂ 'ਚ ਬੜੇ ਲੋਕ ਜਿੱਥੋਂ ਕ੍ਰਾਈਮ ਬਹੁਤ ਜ਼ਿਆਦਾ ਸੀ, ਉਹ ਬਹੁਤੇ ਲੋਕ ਇੱਥੇ ਆ ਕੇ ਜਿਹੜਾ ਸਾਡਾ ਵੈਸਟਰਨ ਐਂਡ ਹੈ ਬਰੈਂਪਟਨ ਦਾ, ਚਿੰਕੂਜ਼ੀ ਬਵੇੜ ਦਾ ਏਰੀਆ ਖਾਸ ਤੌਰ ਦੇ ਉੱਤੇ, ਉਹ ਬਹੁਤ ਲੋਕ ਉੱਥੇ ਸੈਟਲ ਹੋ ਗਏ ਆ ਔਰ ਉੱਥੇ ਅਕਸਰ ਗੋਲੀ ਚੱਲਦੀ ਆ, ਅਕਸਰ ਕ੍ਰਾਈਮ ਤੁਸੀਂ ਦੇਖੋਗੇ ਇੰਨਾ ਵੱਧ ਗਿਆ। ਤਾਂ ਕਈ ਤਰ੍ਹਾਂ ਦਾ ਜਿਹੜਾ ਬਰੈਂਪਟਨ 'ਚ ਕ੍ਰਾਈਮ ਹੈ ਉਹ ਵੱਧ ਚੁੱਕਾ ਹੈ। ਬਿਲਕੁਲ, ਦੇਖੋ ਜੀ ਪੀ ਜਿਸ ਤਰੀਕੇ ਦੇ ਨਾਲ ਪਾਪੂਲੇਸ਼ਨ ਸ਼ਿਫਟ ਹੁੰਦੀ ਹੈ ਤੇ ਹਰ ਇੱਕ ਤਰ੍ਹਾਂ ਦਾ ਪ੍ਰਾਣੀ ਜਿਹੜਾ ਜੀ ਪੀ ਉਹਦੇ ਨਾਲ ਫਿਰ ਉਹ ਪਾਪੂਲੇਸ਼ਨ ਦੇ ਵਿੱਚ ਆਉਂਦੇ ਜਾਂਦੇ ਨੇ। ਮੈਨੂੰ ਯਾਦ ਹੈ ਕਿ 2015 ਦੇ ਵਿੱਚ ਜਸਟਨ ਟਰੂਡੋ ਇਹੀ ਮਤਲਬ ਇੱਥੇ ਜਦੋਂ ਉਹਨਾਂ ਦੀ ਬੱਸ ਪਹੁੰਚੀ ਸੀ, ਇੱਕ ਵੀ ਨਹੀਂ ਸੀ ਪੁਲਿਸ ਵਾਲਾ ਉੱਥੇ ਆਸ-ਪਾਸ ਦੇ ਵਿੱਚ ਹਾਜ਼ਰ, ਸਾਰੀ ਦੁਨੀਆ ਆਲੇ ਦੁਆਲੇ ਦੇ 'ਚ ਉੱਥੇ ਮਤਲਬ ਬੜਾ ਵਧੀਆ ਉਹਨਾਂ ਦੇ ਨਾਲ ਡਿਕਸੀ ਸੰਦਲਵੁੱਡ ਏਰੀਆ ਦੇ ਵਿੱਚ ਮੇਲ ਮਿਲਾਪ ਚੱਲ ਰਿਹਾ ਸੀ, ਸਾਰਾ ਡਿਕਸੀ ਪੀਟਰ ਰੋਬਸਨ ਏਰੀਆ ਦੇ ਵਿੱਚ ਵੀ। ਸੋ ਇਹ ਹੈ ਜੀ ਵੀ 6 ਸਾਲਾਂ ਦੇ ਵਿੱਚ ਦੇਖ ਲਓ ਵੀ ਇਹ ਹਰ ਸਿਨੈਰੀਓ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਿਚੁਏਸ਼ਨ ਜਿਹੜੀ ਹੈ ਟੋਟਲੀ ਰਿਵਰਸ ਹੋਈ ਆ, ਚੇਂਜ ਹੋਈ ਆ, ਵਾਇਲੈਂਸ ਜਿਹੜੀ ਆ ਉਹ ਵਧੀ ਆ, ਟੋਲਰੈਂਸ ਜਿਹੜੀ ਆ ਜੀ ਵੀ ਉਹ ਘਟੀ ਆ। ਪਰ ਆਪਾਂ ਦੇਖਦੇ ਹਾਂ ਜੀ ਵੀ ਇਹ ਬਰੈਂਪਟਨ ਜਿਹੜਾ ਜੀ ਪੀ ਸਿਟੀ ਆ ਜਾਂ ਅਦਰਵਾਈਜ਼ ਟੋਰਾਂਟੋ ਦੇ ਵਿੱਚ ਵੀ ਇਹ ਸ਼ੂਟਿੰਗ ਇਨਸੀਡੈਂਟ ਸਾਰਾ ਸਾਲ ਵਾਪਰਦੇ ਰਹਿੰਦੇ ਆ ਤੇ ਪੁਲਿਸ ਵੱਲੋਂ ਇੱਕ ਗੱਲ ਜ਼ਰੂਰ ਕੀਤੀ ਜਾਂਦੀ ਆ ਉਭਾਰ ਕੇ ਵੀ ਮੈਜੋਰਿਟੀ ਜਿਹੜੇ ਵਾਸਟ ਮੈਜੋਰਿਟੀ ਇਸ ਤਰ੍ਹਾਂ ਦੇ ਇਨਸੀਡੈਂਟ ਹੁੰਦੇ ਆ ਉਹਦੇ ਵਿੱਚ ਜਿਹੜਾ ਇਹ ਵਿਕਟਮ ਤੇ ਸਸਪੈਕਟ ਹੁੰਦਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਕ ਦੂਸਰੇ ਨੂੰ ਜਾਣਦੇ ਹੁੰਦੇ ਆ ਪਹਿਲਾਂ ਸਮਿਆਂ ਤੋਂ। ਸੋ ਜਾਣਦੇ ਹੁੰਦੇ ਆ ਵੀ ਜੇ ਇਸ ਤਰ੍ਹਾਂ ਦਾ ਇਨਸੀਡੈਂਟ ਜਿਹੜਾ ਪਲੈਨਡ ਤਰੀਕੇ ਦੇ ਨਾਲ ਕਰਵਾਇਆ ਜਾਵੇ, ਮਤਲਬ ਕਹਿ ਲਓ ਵੀ ਕਿਰਾਏ ਦੇ ਉੱਤੇ ਲੈ ਕੇ ਬੰਦੇ ਜਾਂ ਵਗੈਰਾ ਕਿਸੇ ਸਕੀਮ ਦੇ ਨਾਲ, ਤੇ ਉਹਦੇ ਵਿੱਚ ਫਿਰ ਜਾਣੀ ਇਹ ਜਿਹੜਾ ਇਸ ਤਰ੍ਹਾਂ ਦਾ ਕਾਰਾ ਕਰਵਾਉਣ ਵਾਲੇ ਲੋਕ ਜ਼ਰੂਰ ਉਸ ਵਿਕਟਮ ਨੂੰ ਜਾਣਦੇ ਹੁੰਦੇ ਆ। ਸੋ ਇਸ ਕਰਕੇ ਵੀ ਇਹ ਹੁਣ ਜਿਹੜੀ ਘਟਨਾ ਵਾਪਰੀ ਆ ਰਾਤੀ ਬਰੈਂਪਟਨ ਦੇ ਵਿੱਚ ਵੀ ਇਹ ਪਲੈਨਡ ਸੀ ਜਾਂ ਇਹ ਆਈਸੋਲੇਟਡ ਇਨਸੀਡੈਂਟ ਸੀਗਾ, ਇਹ ਤਾਂ ਹੁਣ ਪੁਲਿਸ ਦੱਸੇਗੀ। ਪਰ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਲੱਗ ਰਿਹਾ ਵੀ ਕੋਈ ਨਾ ਕੋਈ ਸਿਚੁਏਸ਼ਨ ਐਸੀ ਜਿਹੜੀ ਕਿ ਜੋਗਿੰਦਰ ਵਾਸੀ ਉਹਨਾਂ ਦੇ ਕੰਮ ਦੇ ਨਾਲ ਜੁੜੀ ਹੋਈ ਆ, ਇਸ ਇਨਸੀਡੈਂਟ ਦੇ ਨਾਲ ਰਿਲੇਟ ਕਰਕੇ ਦੇਖੀ ਜਾ ਸਕਦੀ ਹੈ ਜੀ। ਚਲੋ ਜੀ, ਐਜ਼ ਏ ਮੀਡੀਆ ਪਰਸਨ ਅਸੀਂ ਵੀ ਪੁਲਿਸ ਨਾਲ ਗੱਲ ਜ਼ਰੂਰ ਕਰਾਂਗੇ ਔਰ ਮੰਗ ਕਰਾਂਗੇ ਕਿ ਜਿਹੜੇ ਵੀ ਬੰਦਾ ਜਾਂ ਬੰਦੇ ਦੇ 'ਚ ਇਨਵੋਲਵ ਨੇ ਡੈਫੀਨੇਟਲੀ ਉਹਨਾਂ ਨੂੰ ਕਾਨੂੰਨ ਦੇ ਹਿਸਾਬ ਨਾਲ ਸਜ਼ਾ ਮਿਲਣੀ ਚਾਹੀਦੀ ਹੈ। ਔਰ ਅਸੀਂ ਨਖੇਦੀ ਜ਼ੋਰਦਾਰ ਸ਼ਬਦਾਂ 'ਚ ਕਰ ਰਹੇ ਹਾਂ। ਇਸੇ ਕਰਕੇ ਮੈਂ ਅੱਜ ਕੋਈ ਹੋਰ ਖਬਰ ਪਹਿਲਾਂ ਸਾਂਝੀ ਨਹੀਂ ਕੀਤੀ, ਸ਼ੁਰੂਆਤ ਇਸ ਖਬਰ ਤੋਂ ਕੀਤੀ ਹੈ ਕਿ ਇਹ ਬਹੁਤ ਹੀ ਨਿੰਦਣਯੋਗ ਹੈ ਜੋ ਕੁਛ ਹੈ। ਮੈਨੂੰ ਜਾਂਦੇ ਜਾਂਦੇ ਜੌਹਲ ਸਾਹਿਬ ਤੁਹਾਨੂੰ ਮੈਂ ਇੱਕ ਹੋਰ ਗੱਲ ਜੋੜ ਲਵਾਂ। ਮੇਰੇ ਬੜੇ ਹੀ ਜ਼ਿਆਦਾ ਅੱਛੇ ਕੋਈ ਦੋਸਤ ਨੇ, ਉਹਨਾਂ ਦਾ ਮੈਂ ਨਾਮ ਨਹੀਂ ਲੈ ਸਕਦਾ ਰੇਡੀਓ ਦੇ ਉੱਤੇ, ਉਹਨਾਂ ਦਾ ਬਿਜ਼ਨਸ ਹੈ ਇੰਸ਼ੋਰੈਂਸ ਦਾ, ਔਰ ਉਹ ਆਪਣੇ ਦਫ਼ਤਰ ਤੋਂ ਬਾਹਰ ਨਿਕਲੇ, ਹੁਣ ਤਾਂ 2-2.5 ਸਾਲ ਪੁਰਾਣੀ ਗੱਲ ਹੋ ਗਈ ਹੈ ਮੇਰੇ ਖਿਆਲ 'ਚ, ਐਟਲੀਸਟ 2 ਸਾਲ ਪੁਰਾਣੀ ਗੱਲ। ਤੁਸੀਂ ਦੇਖੋ ਜੀ ਕਿ ਉਹਨਾਂ ਨੂੰ ਵੇਟ ਕੀਤਾ ਜਾ ਰਿਹਾ ਸੀ ਉਹਨਾਂ ਦੇ ਪਲਾਜ਼ੇ ਦੇ ਵਿੱਚ, ਔਰ ਜਦੋਂ ਹੀ ਬਾਹਰ ਨਿਕਲੇ ਹੈ 2 ਗੱਡੀਆਂ ਆਈਆਂ, ਬੰਦੇ ਉਤਰੇ ਉਹਨਾਂ ਦੇ ਵਿੱਚੋਂ, ਉਹਨਾਂ ਕੋਲ ਬੇਸਬਾਲ ਦੇ ਜਿਹੜੇ ਹੁੰਦੇ ਆ ਬੈਟ ਸੀ, ਉਹਨਾਂ ਕੋਲ ਜਿਹੜੇ ਕ੍ਰਿਕਟ ਦੇ ਬੈਟ ਸੀ, ਹਾਕੀਆਂ ਸੀ, ਪਤਾ ਨਹੀਂ ਕੀ ਕੁਝ ਸੀ, ਔਰ ਉਹਨਾਂ ਨੇ ਉਹਨੂੰ ਕੋਈ ਮਤਲਬ ਕੋਈ ਉਹਨਾਂ ਨੂੰ ਕੋਈ ਵਾਰਨ ਨਹੀਂ ਕੀਤਾ, ਕੋਈ ਸਵਾਲ ਨਹੀਂ ਪੁੱਛਿਆ, ਕੋਈ ਗੱਲ ਨਹੀਂ ਕੀਤੀ। ਉਹਨਾਂ ਦੇ ਹੱਥ ਦੇ ਵਿੱਚ ਬਰੀਫ ਕੇਸ ਸੀ, ਪਤਾ ਨਹੀਂ ਕੀ ਸੀ, ਉਹਨਾਂ ਨੇ ਉਹ ਬੜਾ ਬਚਾਇਆ ਆਪਣੇ ਆਪ ਨੂੰ। ਇੰਨੀਆਂ ਕਿ ਉਹਨਾਂ ਦੇ ਸਿਰ ਦੇ ਵਿੱਚ ਸੱਟਾਂ ਮਾਰੀਆਂ, ਇੱਕ ਉਹਨਾਂ ਦੀ ਅੱਖ ਚਲੀ ਗਈ ਹੈ, ਔਰ ਉਹਨਾਂ ਨੇ ਜਿਹੜੀ ਪੇਨ 'ਚੋਂ ਬੰਦਾ ਗੁਜ਼ਰ ਰਿਹਾ ਪਿਛਲੇ 1.5-2 ਸਾਲ ਤੋਂ, ਮੈਨੂੰ ਹੀ ਪਤਾ ਹੈ, ਮੈਂ ਜਿੰਨਾ ਕੁ ਉਹਨਾਂ ਨੂੰ ਜਾਣਨਾ, ਮੈਂ ਉਹਨਾਂ ਨੂੰ ਕਿੰਨੇ ਵਾਰੀ ਪੁੱਛ ਚੁੱਕਾ ਕਿ ਹੋਇਆ ਕੀ। ਉਹਨਾਂ ਨੂੰ ਅੱਜ ਤੱਕ ਨਹੀਂ ਸਮਝ ਆ ਰਹੀ ਕਿ ਉਹਨਾਂ 'ਤੇ ਕਿਸ ਨੇ ਔਰ ਕਿਉਂ ਹਮਲਾ ਕੀਤਾ, ਕਿਸ ਮਕਸਦ ਨਾਲ ਕੀਤਾ। ਔਰ ਮੈਨੂੰ ਪਤਾ ਹੈ ਬਜਾਤੇ ਖੁਦ ਮੈਂ ਉਹਨਾਂ ਨੂੰ ਜਾਣਨਾ ਜਿੰਨੇ ਕੁ ਅੱਛਾ ਉਹ ਇਨਸਾਨ ਨੇ, ਮੈਂ ਇਸ ਗੱਲ ਦੀ ਗਰੰਟੀ ਵੀ ਭਰ ਸਕਦਾ ਕੋਈ ਇੰਨੇ ਕੁ ਨਿਹਾਇਤ ਅੱਛੇ ਸਾਫ਼ ਸੁਥਰੀ ਸੋਚ ਵਾਲੇ ਇਨਸਾਨ ਹੈ। ਔਰ ਉਹਨਾਂ ਨੂੰ ਅੱਜ ਤੱਕ ਨਾ ਪੁਲਿਸ ਨੇ ਦੱਸਿਆ, ਉਹ ਗੱਡੀਆਂ ਘੁੰਮਦੀਆਂ ਰਹੀਆਂ ਉੱਥੇ ਉਹਨਾਂ ਦੇ ਪਲਾਜ਼ੇ ਦੇ ਆਲੇ ਦੁਆਲੇ, ਦੇ ਵਰ ਵੇਟਿੰਗ ਫॉर ਹਿਮ। ਔਰ ਉਹਨਾਂ ਨੂੰ ਇਹ ਲੱਗਦਾ ਪਿਆ ਕਿ ਜੇ ਕਿਸੇ ਨੇ ਕਰਵਾਇਆ ਹੈ ਤੇ ਪਹਾੜੇ ਦੇ ਲੋਕਾਂ ਤੋਂ ਕਰਵਾਇਆ, ਕਿਉਂਕਿ ਜਿਹੜੇ ਸਟੂਡੈਂਟ ਲੱਗਦੇ ਸੀ, ਨੌਜਵਾਨ ਸੀ ਜਿਹੜੇ, ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਕੋਈ ਹਾਇਰ ਕੀਤੇ ਗਏ ਬੰਦੇ ਸੀ। ਔਰ ਉਹਨਾਂ ਦੀ ਅੱਖ ਚਲੀ ਗਈ ਹੈ, ਰੌਸ਼ਨੀ ਬਿਲਕੁਲ ਖਤਮ ਹੋ ਗਈ ਅੱਖ 'ਚੋਂ, ਔਰ ਕਿੰਨੀ ਕੁ ਤਕਲੀਫ 'ਚੋਂ ਗੁਜ਼ਰੇ ਹੈ। ਔਰ ਉਹ ਵਿਚਾਰੇ ਅਜੇ ਤੱਕ ਪਰੇਸ਼ਾਨ ਹੈ ਕਿ ਉਹਨਾਂ ਨੂੰ ਇਹ ਨਹੀਂ ਸਮਝ ਆ ਰਹੀ ਕਿ ਮੇਰੇ ਤੇ ਹਮਲਾ ਕਰਾਇਆ ਤੇ ਕਰਾਇਆ ਕਿਸ ਨੇ, ਮੇਰੀ ਗਲਤੀ ਕੀ ਸੀ, ਹੋਇਆ ਕੀ ਹੈ, ਔਰ ਕੌਣ ਲੋਕ ਸੀ, ਕਿਉਂ ਕਰਕੇ ਗਏ। ਔਰ ਪੁਲਿਸ ਨੇ ਅੱਜ ਤੱਕ ਉਹਨਾਂ ਨੂੰ ਦੇਖੋ ਉਹ ਗੱਡੀਆਂ ਦੇ ਨੰਬਰ ਹੈ, ਸਾਰਾ ਕੁਝ ਹੈ, ਪਰ ਅੱਜ ਤੱਕ ਪੁਲਿਸ ਨੇ ਨਹੀਂ ਦੱਸਿਆ ਕਿ ਹੋਇਆ ਕੀ ਸੀਗਾ। ਤਾਂ ਮਤਲਬ ਅਗਰ ਕੋਈ ਬੰਦਾ ਇੰਨਾ ਅਨਸੇਫ ਹੈ ਸਾਡੇ ਸਮਾਜ ਦੇ ਵਿੱਚ, ਕੰਮ ਤੇ ਆਉਂਦਾ ਜਾਂਦਾ, ਘਰ ਦੇ ਅੰਦਰ ਸੇਫ ਨਹੀਂ ਹੈ, ਤੇ ਮੇਰੇ ਖਿਆਲ ਦੇ ਵਿੱਚ ਬੜਾ ਫਿਰ ਸਾਰੇ ਸਮਾਜ ਲਈ ਚਿੰਤਾ ਦਾ ਮਾਮਲਾ। ਅੱਜ ਇੱਕ ਬੰਦਾ, ਕੱਲ ਕੋਈ ਹੋਰ ਹੋ ਸਕਦਾ। ਅੱਜ ਅਸੀਂ ਖੁਸ਼ ਹੋਈਏ ਕਿ ਨਹੀਂ ਫਲਾਣੇ ਤੇ ਅਟੈਕ ਹੋਇਆ, ਉਹਦੇ ਤੇ ਹੋਇਆ, ਕੋਈ ਗੱਲ ਨਹੀਂ, ਕੱਲ ਇਹ ਅੱਗ ਸਾਡੇ ਤੱਕ ਵੀ ਪਹੁੰਚ ਸਕਦੀ ਹੈ।
ਹਾਂ ਨਹੀਂ ਬਿਲਕੁਲ ਦੇਖੋ ਜੀ ਵੀ ਅੱਜ ਹੀ ਜਿੰਨੇ ਵੀ ਭੈਣ ਭਰਾਵਾਂ ਨਾਲ ਇਸ ਇਨਸੀਡੈਂਟ ਬਾਰੇ ਮੇਰੀ ਗੱਲਬਾਤ ਚੱਲਦੀ ਰਹੀ ਆ, ਸਾਰਿਆਂ ਵੱਲੋਂ ਇਹੀ ਰਿਹਾ ਜੀ ਵੀ ਬੜੀ ਸਾਵਧਾਨੀ ਨਾਲ ਧਿਆਨ ਦੇ ਨਾਲ ਬੋਲਿਆ ਕਰੋ ਜੀ, ਮਤਲਬ ਹੈ ਨਾ ਵੀ ਇੰਨਾ ਕਹਿ ਲਓ ਵੀ ਇਹ ਲੱਠ ਮਾਰਾਂ ਤੋਂ ਜਿਹੜਾ ਡਰ ਆ ਉਹ ਸਮਾਜ ਦੇ ਵਿੱਚ ਮਤਲਬ ਵੱਧਦਾ ਜਾ ਰਿਹਾ, ਉਹ ਵੀ ਕੈਨੇਡਾ ਵਰਗੇ ਦੇਸ਼ ਦੇ ਵਿੱਚ। ਪਰ ਦੂਸਰੇ ਪਾਸੇ ਥੋੜਾ ਜਿਹਾ ਨਾ ਜੀ ਵੀ ਅੱਜ ਇੱਕ ਗੱਲ ਜਿਹੜੀ ਬੜੀ ਕਮਾਲ ਦੀ ਆ ਵੀ ਪੀਲ ਪੁਲਿਸ ਨੇ ਆਪਣੇ ਵਾਸਤੇ ਹੀ ਇੱਕ ਸਰਵੇ ਓਪਨ ਕੀਤਾ ਵੀ ਸਾਡੇ ਨਾਲ ਜਿਹੜਾ ਲੋਕਾਂ ਦਾ ਪਬਲਿਕ ਦਾ ਐਕਸਪੀਰੀਅੰਸ ਹੁੰਦਾ ਆ ਜਾਂ ਸਾਡੀ ਜਿਹੜੀ ਪਰਫਾਰਮੈਂਸ ਆ ਉਹਦੇ ਬਾਰੇ ਲੋਕ ਪਬਲਿਕ ਆਪਣੀ ਓਪੀਨੀਅਨ ਦੇ ਸਕਦੇ ਆ। 30 ਸਤੰਬਰ ਤੱਕ ਉਹਨਾਂ ਨੇ ਇਹ ਸਰਵੇ ਆਪਣੇ ਬਾਰੇ 'ਚ ਹੀ ਲੋਕਾਂ ਨੂੰ ਖੋਲ ਕੇ ਰੱਖਿਆ ਹੋਇਆ ਵੀ ਆਪਣੀ ਓਪੀਨੀਅਨ ਦਿਓ, ਕਿਉਂਕਿ ਵੀ ਹੁਣ ਆਪਾਂ ਦੇਖੀਏ ਵੀ ਇਹ ਬੰਬੇ ਭੇਲ ਰੈਸਟੋਰੈਂਟ ਦਾ ਇਨਸੀਡੈਂਟ ਆਪਾਂ ਨੂੰ ਯਾਦ ਹੋਏਗਾ ਜਿਹੜਾ ਕਿ ਮਈ 2018 ਦੇ ਵਿੱਚ ਵਾਪਰਿਆ ਸੀਗਾ। ਉਹਦੀ ਇਨਵੈਸਟੀਗੇਸ਼ਨ ਅੱਜ ਤੱਕ ਚੱਲੀ ਜਾ ਰਹੀ ਪੀਲ ਪੁਲਿਸ ਦੇ ਕੋਲ। ਇਸ ਤਰ੍ਹਾਂ ਦੇ ਕਿੰਨੇ ਸਾਰੇ ਹੋਰ ਐਕਸੀਡੈਂਟ ਹੋਣਗੇ ਜਾਂ ਕਹ ਲਓ ਵੀ ਘਟਨਾਵਾਂ ਹੋਣਗੀਆਂ, ਇਹ ਮਤਲਬ ਵਾਇਲੈਂਟ ਸ਼ੂਟਿੰਗਸ ਇਨਸੀਡੈਂਟਸ ਹੋਣਗੇ ਜਿਹਦੀਆਂ ਕਿ ਮਤਲਬ ਇਨਵੈਸਟੀਗੇਸ਼ਨਸ ਹੀ ਸਾਲੋ ਸਾਲ ਚੱਲਦੀਆਂ ਰਹਿੰਦੀਆਂ ਤੇ ਉਹ ਪਤਾ ਹੀ ਨਹੀਂ ਲੱਗਦਾ ਕਿਸੇ ਨੂੰ ਵੀ ਉਹਦਾ ਰਿਜ਼ਲਟ ਉਹਨਾਂ ਨੇ ਕੱਢਿਆ ਕੀ ਆ। ਸੋ ਹੁਣ ਬੰਬੇ ਭੇਲ ਦਾ ਜਿਹੜਾ ਉਹ ਸੀਗਾ ਉੱਥੇ ਸ਼ੂਟਿੰਗ ਦਾ ਇਨਸੀਡੈਂਟ ਵੀ ਸਾਰੀ ਦੁਨੀਆ ਦੇ ਵਿੱਚ ਉਹ ਖਬਰ ਗਈ ਸੀਗੀ ਤੇ ਉਸ ਤੋਂ ਬਾਅਦ ਇੱਕਦਮ ਮਤਲਬ ਸਾਰੇ ਪਾਸੇ ਚੁੱਪ ਹੈ ਤੇ ਨਾ ਪੁਲਿਸ ਨੇ ਕਦੀ ਉਹਦੇ ਬਾਰੇ ਅਪਡੇਟ ਕੀਤਾ ਵੀ ਉਹਨਾਂ ਦੀ ਇਨਵੈਸਟੀਗੇਸ਼ਨ ਕਿੱਥੇ ਤੱਕ ਪਹੁੰਚੀ ਹੈ। ਸੋ ਇਸ ਕਰਕੇ ਇਹ ਹੋਣਾ ਚਾਹੀਦਾ ਜੀ ਕਿ ਟਰਾਂਸਪੇਰੈਂਸੀ ਥੋੜੀ ਬਹੁਤੀ ਵੀ ਜੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਤੇ ਕਿਸੇ ਲਿਮਿਟਡ ਟਾਈਮ ਪੀਰੀਅਡ ਦੇ ਵਿੱਚ ਕਿਤੇ ਨਾ ਕਿਤੇ ਪਬਲਿਕ ਨੂੰ ਅਪਡੇਟ ਵੀ ਕੀਤਾ ਜਾਂਦਾ ਰਵੇ ਵੀ ਆਹ ਇਨਸੀਡੈਂਟ ਇਸ ਤਰ੍ਹਾਂ ਦਾ ਵਾਪਰਿਆ ਸੀ ਜਿਹਦੇ ਕਰਕੇ ਵੀ ਸਾਰੇ ਸਮਾਜ ਦੇ ਵਿੱਚ ਡਰ ਦਾ ਮਾਹੌਲ ਫੈਲਿਆ ਤੇ ਉਹਦਾ ਸਿੱਟਾ ਜਿਹੜਾ ਜੀ ਵੀ ਹੁਣ ਆਹ ਕੱਢਣ ਜਾ ਰਹੇ ਆ ਜਾਂ ਇੱਥੋਂ ਤੱਕ ਅਸੀਂ ਪਹੁੰਚ ਗਏ ਆ। ਸੋ ਜੇ ਹੁਣ ਪਬਲਿਕ ਓਪੀਨੀਅਨ ਜਿਹੜੀ ਆ ਉਹ ਲਈ ਜਾ ਰਹੀ ਪੀਲ ਪੁਲਿਸ ਦੇ ਵੱਲੋਂ ਆਪਣੇ ਬਾਰੇ 'ਚ ਤੇ ਪਬਲਿਕ ਨੂੰ ਜੋ ਵੀ ਉਹਨਾਂ ਦੇ ਮਨ ਦੇ ਵਿੱਚ ਹੈਗਾ ਵੈਸੇ ਵੱਧ ਚੜ ਕੇ ਜੀ ਵੀ ਉਸ ਸਰਵੇ ਦੇ ਵਿੱਚ ਹਿੱਸਾ ਲੈ ਕੇ ਦੱਸ ਦੇਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਜਿਹੜਾ ਜੀ ਵੀ ਆਪਣਾ ਵੀ ਕੰਮਕਾਰ ਬੈਟਰ ਕਰਨ ਦੇ ਵਿੱਚ ਹੈਲਪ ਹੋ ਸਕੇ। ਸੋ ਸ਼ਲਾਘਾ ਵੀ ਕਰਨੀ ਬਣਦੀ ਹੈ, ਚਲੋ ਪੁਲਿਸ ਅੱਛਾ ਕੰਮ ਵੀ ਕਰਦੇ ਨੇ, ਪਰ ਇਸ ਤਰ੍ਹਾਂ ਦੇ ਜਿਹੜੇ ਇਨਸੀਡੈਂਟ ਵੀ ਸਾਲੋ ਸਾਲ ਇਨਵੈਸਟੀਗੇਸ਼ਨ ਹੀ ਚੱਲੀ ਜਾ ਰਹੀ ਆ ਤੇ ਸਮਾਜ ਨੂੰ ਹਨੇਰੇ ਦੇ ਵਿੱਚ ਹੀ ਰੱਖਿਆ ਜਾਂਦਾ ਰਹਿੰਦਾ ਵੀ ਸ਼ੂਟਿੰਗ ਦੇ ਕਹਿ ਲਓ ਵੀ ਇਨਸੀਡੈਂਟ ਦੇ ਵਿੱਚ ਜਾਂ ਅੱਗੋਂ ਜਿਹੜੀ ਇਨਵੈਸਟੀਗੇਸ਼ਨ ਆ ਉਹਦੀ ਪ੍ਰੋਗਰੈਸ ਕੀ ਆ ਉਹਦੇ ਬਾਰੇ ਜਿਹੜੀ ਅਪਡੇਟ ਆ ਟਾਈਮ ਟੂ ਟਾਈਮ ਪੁਲਿਸ ਨੂੰ ਜ਼ਰੂਰ ਦਿੰਦੇ ਰਹਿਣਾ ਚਾਹੀਦਾ। ਠੀਕ ਹੈ ਜੋਲ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਔਰ ਮੈਨੂੰ ਵੀ ਕੱਲ ਕਿਸੇ ਸੀਨੀਅਰ ਪੁਲਿਸ ਅਫਸਰ ਦਾ ਫੋਨ ਆਇਆ ਸੀ ਕਿ ਤੁਹਾਨੂੰ ਅਸੀਂ ਉਹ ਈਮੇਲ ਭੇਜੀ ਹੈ ਤੇ ਜ਼ਰੂਰ ਉਹਦੇ ਤੇ ਗੌਰ ਕਰੋ ਔਰ ਓਪੀਨੀਅਨ ਦਿਓ। ਅਸੀਂ ਉਹ ਤੁਹਾਡੇ ਸਾਰੇ ਜਿੰਨੇ ਵੀ ਸਾਡੇ ਲਿਸਨਰਸ ਮੇਰੇ ਨਾਲ ਜਿਹੜੇ WhatsApp ਤੇ ਜੁੜੇ ਹੋਏ ਆ, ਤੁਸੀਂ ਵੀ ਭੇਜ ਰਹੇ ਹੋ, ਮੈਂ ਵੀ ਭੇਜਾਂਗਾ, ਉਹ ਤੇ ਆਪਣੇ ਓਪੀਨੀਅਨ ਜ਼ਰੂਰ ਦਿਓ। ਤੁਹਾਡਾ ਹੱਕ ਹੈ, ਤੁਹਾਡੇ ਦਿੱਤੇ ਹੋਏ ਟੈਕਸ ਦੇ ਨਾਲ ਪੇ ਦੇ ਨਾਲ ਹੀ ਇਹ ਕੰਮ ਚੱਲਦਾ ਪੁਲਿਸ ਦਾ। ਪੁਲਿਸ ਤੁਹਾਨੂੰ ਆਨਸਰੇਬਲ ਹੈ ਤਾਂ ਤੁਸੀਂ ਜ਼ਰੂਰ ਉਹਦੇ ਆਪਣੇ ਓਪੀਨੀਅਨ ਜ਼ਰੂਰ ਦੇਣੇ ਆ। ਔਰ ਅਸੀਂ ਉਮੀਦ ਕਰ ਰਹੇ ਹਾਂ ਕਿ ਪੁਲਿਸ ਚੀਫ ਡਿਊ ਹੈ, ਉਹਨਾਂ ਦੀ ਕਦੀ ਵੀ ਵਿਜ਼ਿਟ ਸਾਡੇ ਕੋਲ ਇੱਥੇ ਹੋ ਸਕਦੀ ਹੈ ਤੇ ਜਦੋਂ ਉਹ ਆਉਣਗੇ ਅਸੀਂ ਜੋ ਤੁਹਾਡੇ ਵਿਊ ਸਾਡੇ ਤੱਕ ਪਹੁੰਚਣਗੇ, ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਹੋਇਆ ਹੈ ਕਿ ਅਸੀਂ ਪੁਲਿਸ ਚੀਫ ਤੱਕ ਉਹ ਸਾਰੇ ਜਦੋਂ ਇੰਟਰਵਿਊ ਕਰਾਂਗੇ ਤੇ ਪਹੁੰਚਾਵਾਂਗੇ ਤੁਹਾਡੇ ਇਸ਼ੂ। ਜੋਲ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਜੀ ਸੋ ਮਚ। ਥੈਂਕ ਯੂ ਸਰ।